ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਕਲੇਰਾਂ ਦੇ ਇਲਾਕੇ ਵਿੱਚ ਜਦ ਬਾਬਾ ਜੀ ਕਲੇਰੀ ਆਏ ਤਾਂ ਪਿੰਡ ਦੀ ਹੱਦ ਵਿੱਚ ਮੌਲਵੀ ਇਕਰਾਰ ਹੁਸੈਨ ਦੇ ਬਾਗ ਵਿੱਚ ਆ ਠਹਿਰੇ। ਉਸ ਵਕਤ ਤੇੜ ਬੰਦਈ ਕਛਹਿਰਾ ਸੀ, ਕੇਸ ਕਾਲੇ ਨਾਗਾ ਵਾਂਗਰ ਤੇ ਜੂੜਾ ਪਿੱਛੇ ਕੀਤਾ ਹੋਇਆ ਤੇ ਬੈਠਵਾਂ ਦਸਤਾਰਾ ਜੋ ਕੁਛ ਨਾਮਧਾਰੀਆਂ ਨਾਲ ਮਿਲਦਾ, ਪਰ ਬੜਾ ਸੋਹਣਾ ਸਜਦਾ ਸੀ। ਬਾਬਾ ਜੀ ਦੇ ਖਿਆਲ ਅਨੁਸਾਰ ਬਾਗ ਤੋਂ ਇੱਕ ਪਾਸੇ ਤੰਨਾ ਸਿੰਘ ਨੇ ਤੰਬੋਟੀ ਲਾ ਦਿੱਤੀ। ਇਹ ਵੀ ਨਾਮ ਮਾਤਰ ਹੀ ਸੀ, ਖੇਸਾ ਤੇ ਪੱਟੀ ਦੀ ਬਣੀ ਹੋਈ। ਹਾਲੀ ਕੁਛ ਹੀ ਦਿਨ ਠਹਿਰੇ ਸਨ ਕਿ ਇੱਕ ਦਿਨ ਉੱਥੋਂ ਕੁੱਤਿਆਂ ਵਾਲੇ ਸ਼ਿਕਾਰੀ ਸਹੇ ਦੇ ਸ਼ਿਕਾਰ ਪਿੱਛੇ ਲੰਘੇ। ਸਹੇ ਦੇ ਪਿੱਛੇ ਇਸ ਤਰ੍ਹਾਂ ਕੁੱਤਿਆਂ ਨੂੰ ਨੱਸਦਿਆਂ ਵੇਖ ਕੇ ਆਪ ਜੀ ਨੇ ਬੜਾ ਮਾੜਾ ਸਮਝਿਆ। ਕੁੱਤਿਆਂ ਦੇ ਕਾਬੂ ਆਏ ਇੱਕ ਗਰੀਬ ਬੜੇ ਜਾਨਵਰ ਦਾ ਦ੍ਰਿਸ਼ ਨਾ ਸਹਾਰਦੇ ਹੋਏ ਉਥੋਂ ਆਸਨ ਚੁੱਕ ਲਿਆ। ਸ਼ੇਰਪੁਰੇ ਦੇ ਉੱਤਰ ਪੂਰਬ ਵੱਲ 1.5 ਮੀਲ ਦੀ ਵਿੱਥ ਤੇ ਹੀ ਇੱਕ ਥੇ ਸੀ, ਜਿਸ ਨੂੰ ਲੋਕ ਸੰਦੇਹ ਦਾ ਥੇ ਕਹਿੰਦੇ ਸਨ। ਉੱਥੇ ਹੋਰ ਕਬਰਾਂ ਤੋਂ ਛੁੱਟ ਇੱਕ 9 ਗਜਦੇ ਦੀ ਕਬਰ ਕਰਕੇ ਪ੍ਰਸਿੱਧ ਸੀ, ਜਿਸ ਦੇ ਚੌਹੀਂ ਪਾਸੀ ਬਹੁਤ ਸਾਰੀ ਜ਼ਮੀਨ ਉਜਾੜ ਪਈ ਹੋਈ ਸੀ, ਕਿਉਂਕਿ ਡਰ ਦੇ ਮਾਰੇ ਕੋਈ ਰਾਹਕ ਇਸ ਜ਼ਮੀਨ ਨੂੰ ਵਾਹੁੰਦਾ ਨਹੀਂ ਸੀ। ਕਬਰਸਤਾਨ ਹੋਣ ਕਰਕੇ ਨੇੜੇ ਦੇ ਮੁਸਲਮਾਨਾਂ ਨੇ ਕਿਹਾ ਕਿ ਇੱਥੇ ਨਾ ਠਹਿਰੋ, ਰਾਤ ਨੂੰ ਬਘਿਆੜ ਪੈਂਦਾ ਹੈ, ਪਰ ਇਸ ਡਰਾਵੇ ਦਾ ਬਾਬਾ ਜੀ ਨੇ ਕੋਈ ਖਿਆਲ ਨਾ ਕੀਤਾ। ਇਹ ਵੇਖਣ ਲਈ ਕਿ ਹੁਣ ਪਤਾ ਲੱਗੇਗਾ ਕਿ ਰਾਤ ਨੂੰ ਕੀ ਹਾਲ ਹੋਇਆ। ਉਹ ਜਦ ਅਗਲੇ ਦਿਨ ਉੱਥੇ ਗਏ ਤਾਂ ਬਘਿਆੜ ਨੂੰ ਮਰਿਆ ਪਿਆ ਤੇ ਬਾਬਾ ਜੀ ਨੂੰ ਸਹੀ ਸਲਾਮਤ ਉੱਥੇ ਬੈਠਿਆਂ ਵੇਖ ਕੇ ਹੈਰਾਨ ਹੋਏ। ਆਪਸ 'ਚ ਕਹਿਣ ਲੱਗੇ ਕਿ ਫਕੀਰ ਤਾਂ ਬੜੀ ਕਰਨੀ ਵਾਲਾ ਹੈ। ਨਿਹਾਲ ਗੁੱਜਰ ਸ਼ੇਰਪੁਰੇ ਦਾ ਸਫੇਦਪੋਸ਼ ਸੀ। ਉਸ ਦੇ ਇੱਕ ਪੁੱਤਰ ਨੂੰ, ਜੋ ਬਚਪਨ ਵਿੱਚ ਬਾਬਾ ਜੀ ਦਾ ਹਮਜੋਲੀ ਸੀ, ਚੜ੍ਹਦੀ ਜਵਾਨੀ ਵਿੱਚ ਹੀ ਮੌਤ ਨੇ ਆਣ ਦਬਾਇਆ। ਉਸ ਦੇ ਮੁਰਦੇ ਨੂੰ 9 ਗਜਦੇ ਦੀ ਕਬਰ ਕੋਲ ਹੀ ਦਫਨਾਇਆ ਗਿਆ। ਸਰਦਾਰ ਰਤਨ ਸਿੰਘ ਜੀ ਦੇ ਕਥਨ ਅਨੁਸਾਰ ਇਸ ਮੁੰਡੇ ਦੀ ਰੂਹ ਨੇ ਪੁਕਾਰ ਕੀਤੀ ਕਿ ਮੇਰੀ ਖਬਰ ਲਵੋ, ਮੈਨੂੰ ਨਜਾਤ ਦੇਵੋ। ਬਾਬਾ ਜੀ ਦਾ ਦਿਲ ਪਸੀਜ ਗਿਆ। ਸੋਚਿਆ ਕਿ ਜੇ ਕਬਰ ਨੂੰ ਛੇੜਿਆ ਤਾਂ ਸਾਰੇ ਮੁਸਲਮਾਨ ਦੁੱਖ ਮੰਨਣਗੇ ਤੇ ਐਵੇਂ ਝਗੜਾ ਵਧੇਗਾ। 4 ਬੈਰਾਗਨਾਂ ਲੈ ਕੇ 2 ਵੱਡੀਆਂ ਤੇ 2 ਛੋਟੀਆਂ ਮਰਿਆਦਾ ਅਨੁਸਾਰ ਕੀਰਤਨ ਸੋਹਿਲਾ ਪੜ੍ਹ ਕੇ ਰਾਤ ਨੂੰ ਬੈਠ ਗਏ। ਪਹਿਲਾ ਮੰਗਲਾਚਰਨ ਤੇ ਫੇਰ ਰੱਖਿਆ ਦੇ ਸ਼ਬਦ ਪੜ੍ਹੇ ਤੇ ਲਕੀਰ ਆਲੇ ਦੁਆਲੇ ਮਾਰ ਲਈ। ਆਪਣੀ ਸੋਟੀ ਜ਼ਮੀਨ ਵਿੱਚ ਗੱਡ ਦਿੱਤੀ। ਅੱਧੀ ਕੁ ਰਾਤ ਨੂੰ ਪਹਿਲਾਂ ਬੜੀ ਗੂੰਜ ਦੀ ਆਵਾਜ਼ ਆਈ, ਫਿਰ ਐਸਾ ਵਾਵਰੋਲਾ ਜੋ ਅਸਮਾਨ ਤੱਕ ਉੱਚਾ ਚਲਾ ਗਿਆ ਜਾਪਦਾ ਸੀ। ਉਸ ਪਿੱਛੋਂ 50-60 ਸੁਰਾਂ ਦਾ ਇੱਜੜ ਫੁੰਕਾਰੇ ਮਾਰਦਾ, ਹੁੱਡਾ ਕੱਢਦਾ ਆਇਆ, ਪਰ ਰਾਮਕਾਰ ਤੋਂ ਅਗਾਂਹ ਕੋਈ ਵੀ ਨਾ ਟੱਪ ਸਕਿਆ। ਆਖਰ ਹਾਰ ਕੇ ਗਾਇਬ ਹੋ ਗਿਆ। ਇਸ ਦ੍ਰਿਸ਼ ਪਿੱਛੇ ਕਿਹੜੀਆਂ ਅਸੂਰੀ ਸ਼ਕਤੀਆਂ ਕੰਮ ਰਹੀਆਂ ਸਨ, ਜਿਨ੍ਹਾਂ ਦੀ ਬਾਬਾ ਜੀ ਨੇ ਅੱਗੇ ਪੇਸ਼ ਨਾ ਗਈ। ਉਹ ਬਾਬਾ ਜੀ ਹੀ ਜਾਣਨ, ਪਰ ਇਵੇਂ ਉਸ ਗੁੱਜਰ ਮੁੰਡੇ ਦੀ ਰੂਹ ਦੀ ਕਲਿਆਣ ਕੀਤੀ ਦੱਸੀ ਜਾਂਦੀ ਹੈ। ਇਸ ਤਰ੍ਹਾਂ ਇਲਾਕੇ ਵਿੱਚ ਦੇ ਨੇੜੇ ਤੇੜੇ ਦੇ ਲੋਕਾਂ ਉੱਤੇ ਬਾਬਾ ਜੀ ਦੀ ਸ਼ਕਤੀ ਦਾ ਸਿੱਕਾ ਚੰਗੀ ਤਰ੍ਹਾਂ ਬੈਠ ਗਿਆ। ਪਰ ਫੇਰ ਵੀ ਹੋਰ ਜਨਤਾ ਦਾ ਭੈ ਦੂਰ ਕਰਨ ਵਾਸਤੇ ਬਾਬਾ ਜੀ ਇੱਕ ਛੋਟੀ ਜਿਹੀ ਝੁੱਗੀ ਪਾ ਕੇ ਕਈ ਦਿਨ ਉਸੇ ਕਬਰਸਤਾਨ ਵਿੱਚ ਹੀ ਰਹੇ। ਛੁੱਟ ਉਹਨਾਂ ਦੇ ਰਾਤ ਨੂੰ ਹੋਰ ਉੱਥੇ ਕੋਈ ਨਹੀਂ ਸੀ ਠਹਿਰ ਸਕਦਾ। ਠਾਠ ਦਾ ਮੁੰਡ। ਜਦ ਇਹ ਕੰਮ ਮੁੱਕ ਗਿਆ ਤਾਂ ਹੁਕਮ ਅੰਦਰ ਇੱਕ ਦਿਨ ਭਾਈ ਰਤਨ ਸਿੰਘ ਹੋਰਾਂ ਨੂੰ ਪੁੱਛਣ ਲੱਗੇ ਕਿ ਕੋਈ ਹੋਰ ਥਾਂ ਦੱਸੋ ਜਿੱਥੇ 4 ਦਿਨ ਕੱਟੀਏ, ਪਰ ਹੋਵੇਂ ਇਵੇਂ ਨਵੇਕਲੀ। ਨਾ ਨੇੜੇ ਰੁੱਖ ਹੋਵੇ, ਨਾ ਖੂਹ ਹੋਵੇ, ਨਾ ਰਾਹ ਹੋਵੇ, ਖੁਸ਼ਕ ਥਾਂ ਹੋਵੇ ਜਿੱਥੇ ਕੋਈ ਆਸ਼ਕ ਹੀ ਆਵੇ। ਅਸਾਂ ਅੱਗੋਂ ਬੇਨਤੀ ਕੀਤੀ, ਇਹੋ ਜਿਹਾ ਤਾਂ ਫਿਰ ਕਰਾੜੀ ਦੀ ਥੇ ਹੈ, ਉੱਥੇ ਚਲੀਏ।
ਪਰ ਬਾਬਾ ਜੀ ਨੇ ਉੱਥੇ ਟਿਕਾਣਾ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿ ਕੇ ਕਿ ਆਪਣੇ ਪਿੰਡ ਸ਼ੇਰਪੁਰੇ ਦੇ ਲੋਕ ਹੀ ਟਿਚਕਰਾਂ ਕਰਨਗੇ। ਫਿਰ ਅਸਾਂ ਗੁੱਜਰਾਂ ਦੀ ਪਤੀ ਦੀ ਦੱਸ ਪਾਈ ਤਾਂ ਕਹਿਣ ਲੱਗੇ ਕਿ ਗੁੱਜਰ ਤੇ ਸਿੱਖ ਦਾ ਮੇਲ ਨਹੀਂ। ਅਖੀਰ ਆਪ ਨੇ ਹੀ ਖੂਹੀ ਵਾਲੇ ਥਾਂ ਦਾ ਜ਼ਿਕਰ ਚਲਾਇਆ। ਇਹ ਜ਼ਮੀਨ ਅਗਵਾੜ ਲੋਪੋ ਕਰਕੇ ਮਸ਼ਹੂਰ ਸੀ। ਬਾਬਾ ਜੀ ਨੂੰ ਅਸਾਂ ਘੋੜੀ ਤੇ ਚੜ੍ਹਾ ਲਿਆ ਤੇ ਕਹੀਆਂ ਤੇ ਕੜਾਹੀਆਂ ਲੈ ਕੇ ਨਾਲ ਟੁਰ ਪਏ। ਜ਼ਮੀਨ ਕੀ ਸੀ, ਕੀੜਿਆਂ ਦੇ ਭੌਣਾ ਨਾਲ ਭਰੀ ਹੋਈ, ਚਾਰੇ ਪਾਸੇ ਮਲੇਹਾ, ਡੰਗਰਾਂ ਦੀ ਬਿਮਾਰੀ ਕਾਰਨ ਬੇਹੱਦ ਹੱਡ ਖਿਲਰੇ ਹੋਏ, ਜਿੱਧਰ ਵੇਖੀਏ ਸੱਪਾਂ ਦੀਆਂ ਖੁੱਡਾਂ। ਲੋਕ ਤਾਂ ਇੱਥੇ ਭੂਤ ਪ੍ਰੇਤਾਂ ਦਾ ਵਾਸਾ ਸਮਝਦੇ ਸਨ। ਦੂਰ ਦੂਰ ਮੈਦਾਨ ਸੀ ਜਿਸ ਵਿੱਚ ਹਰਨਾਂ ਦੀਆਂ ਡਾਰਾਂ ਚੁੰਗੀਆਂ ਮਾਰਦੀਆਂ ਸਨ। ਕਿਤੇ ਕਿਤੇ ਨੀਲ ਗਾਈਆਂ ਮਿਲਦੀਆਂ ਸਨ। ਰਾਤ ਨੂੰ ਬਘਿਆੜ ਪੈਂਦੇ ਸਨ। ਨੇੜੇ ਹੀ ਇੱਕ ਪੁਰਾਣੀ ਖੂਹੀ ਸੀ। ਪਾਣੀ ਕੱਢਿਆ ਤਾਂ ਕੰਬਲ ਵਰਗਾ ਕਾਲਾ। ਅਸਾਂ ਘੁੱਟ ਪੀਤਾ ਤੇ ਕੌੜਾ ਜ਼ਹਿਰ। ਪਰ ਬਾਬਾ ਜੀ ਕਹਿਣ, ਇਹ ਤਾਂ ਬਹੁਤ ਚੰਗਾ ਹੈ, ਜਰਾ ਹੇਠੋਂ ਹੋਰ ਕੱਢੋ। 10-12 ਡੋਲ ਪਾਣੀ ਦੇ ਫਿਰ ਕੱਢੇ। ਫਰਮਾਇਆ, ਆਹ ਪਾਣੀ ਤਾਂ ਬੜਾ ਚੰਗਾ ਹੈ। ਗੱਭਰੂਆਂ ਨੇ ਝੱਟ ਹੀ 7-8 ਹੱਥ ਪਾਣੀ ਕੱਢ ਮਾਰਿਆ। ਏਦੂ ਚੰਗੇਰੀ ਥਾਂ ਤੇ ਬਾਬਾ ਜੀ ਜਾਣ ਨਾ ਤੇ ਰਾਹ ਦੇ ਨੇੜੇ ਦੀ ਥਾਂ ਤੋਂ ਦੂਰ ਨੱਸਣ। ਆਖਰ ਇਸੇ ਥਾਂ ਨੂੰ ਹੀ ਪਸੰਦ ਕੀਤਾ। ਬਾਬਾ ਜੀ ਬੜੇ ਖੁਸ਼। ਅਸਾਂ 3.25 ਹੱਥ ਥਾਂ ਦਾ ਇੱਕ ਟੋਇਆ ਪੁੱਟਿਆ ਤੇ ਕੱਚੀਆਂ ਇੱਟਾਂ ਦੀ ਨੀਂਹ ਜਿਹੀ ਕੰਧ ਉਸਾਰ ਦਿੱਤੀ। ਉੱਤੇ ਸਰਕੰਡੇ ਦੀ ਛੱਤ ਪਾ ਦਿੱਤੀ। ਬਾਬਾ ਜੀ ਕਾਰਜ 3.5 ਹੱਥ, ਕਨੀ ਤਾਂ 3.25। ਨੇੜਿਓ ਹੀ ਸਰਵਾੜਕ ਵੱਢ ਤੇ ਪਿੱਤੇ ਤੇ ਛਾਪੇ ਬਣਾ ਦਿੱਤੇ। ਬੜੇ ਖੁਸ਼ ਹੋ ਕੇ ਬਚਨ ਕੀਤਾ, ਆ ਮੌਜ ਬਣ ਗਈ। ਸ਼ਾਹੀ ਮਹਿਲ ਹੈ, ਇੱਥੇ ਤਾਂ ਰੋਟੀ ਦੀ ਵੀ ਲੋੜ ਨਹੀਂ। ਕੁਝ ਦਿਨਾਂ ਪਿੱਛੋਂ ਵੇਖਿਆ ਕਿ ਗੁੱਜਰਾਂ, ਬਲੋਦਾਂ ਤੇ ਮਾਲ ਛੇੜੂ ਮੁੰਡੇ ਨੇੜੇ ਡੰਗਰ ਚਾਰਦਿਆਂ ਬਹੁਤ ਰੌਲਾ ਰੱਪਾ ਪਾਉਂਦੇ ਸਨ। ਸਾਡੇ ਕਹਿਣ ਤੇ ਉਹਨਾਂ ਦੇ ਵੱਡਿਆਂ ਨੇ ਆਪਣੇ ਮੁੰਡਿਆਂ ਨੂੰ ਸਮਝਾਇਆ। ਫਿਰ ਉਹ ਮਾਲ ਨੂੰ ਦੂਰ ਦੂਰ ਹੀ ਰੱਖਣ ਲੱਗ ਪਏ। ਬਾਬਾ ਜੀ ਨੇ ਉਹਨਾਂ ਨੂੰ ਖੂਹੀ ਤੋਂ ਪਾਣੀ ਲੈਣ ਦੀ ਵੀ ਖੁੱਲ੍ਹ ਦੇ ਦਿੱਤੀ। ਉਹਨਾਂ ਨੂੰ ਤਾਂ ਮੌਜ ਬਣ ਗਈ। ਉਹ ਦੁਪਹਿਰ ਵੇਲੇ ਆਣ ਕੇ ਬਾਬਾ ਜੀ ਦੇ ਕੋਲ ਬੈਠ ਜਾਂਦੇ ਤੇ ਬਚਨ ਵੀ ਸੁਣਦੇ। ਬਾਬਾ ਜੀ ਵੀ ਵਾਧੀ ਘਾਟੀ ਵਸਤੂ ਉਹਨਾਂ ਨੂੰ ਦੇ ਦਿੰਦੇ। ਇਸ ਕਾਰਨ ਉਹਨਾਂ ਨੂੰ ਹੋਰ ਵੀ ਪ੍ਰੇਮ ਹੋ ਗਿਆ। ਇੰਨੇ ਦਿਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਆਪਣੇ ਨਗਰ ਪਿੰਡਰ ਦੇ ਗੁਰਦੁਆਰੇ ਵਿੱਚ 6100 ਅਖੰਡ ਪਾਠਾਂ ਦਾ ਭੋਗ ਪਵਾਉਣ ਦਾ ਸਮਾਗਮ ਕੀਤਾ। ਇਸ ਇਲਾਕੇ ਵਿੱਚ ਆਪਣੀ ਕਿਸਮ ਦਾ ਇੱਕ ਪਹਿਲਾ ਹੀ ਉਦਮ ਸੀ ਤੇ ਇਹ ਪਾਠ ਕੁਝ ਮਹੀਨਿਆਂ ਤੋਂ ਚੱਲ ਰਹੇ ਸਨ। ਪਾਠਾਂ ਦੀ ਸਮਾਪਤੀ ਤੇ ਬੜਾ ਭਾਰੀ ਜੋੜ ਮੇਲਾ ਹੋਇਆ, ਜਿਸ ਵਿੱਚ ਪ੍ਰਸਿੱਧ ਸੰਤ ਮਹਾਤਮਾ ਨੂੰ ਖਾਸ ਤੌਰ ਤੇ ਸੱਦਾ ਦਿੱਤਾ ਗਿਆ। ਸੰਤ ਸੁੰਦਰ ਸਿੰਘ ਜੀ ਬਾਬਾ ਜੀ ਦੀ ਉੱਚ ਅਧਿਆਤਮਕ ਅਵਸਥਾ ਦੇ ਕਾਇਲ ਸਨ। ਸੋ ਭੋਗ ਤੋਂ 2 ਦਿਨ ਪਹਿਲੋਂ ਗਿਆਨੀ ਜੀ ਨੇ ਬਾਬਾ ਜੀ ਦੀ ਸੇਵਾ ਵਿਖੇ ਆਪਣੇ 2 ਸੇਵਕ ਭੇਜੇ ਕਿ ਕਿਰਪਾ ਕਰਕੇ ਰਿਖੀ ਜੀ ਇਸ ਮਹਾਨ ਜੱਗ ਵਿੱਚ ਦਰਸ਼ਨ ਦੇਣ। ਬਾਬਾ ਜੀ ਦੇ ਪੁੱਛਣ ਤੇ ਸੇਵਕਾਂ ਨੇ ਤਸੱਲੀ ਦਿਵਾਈ ਕਿ ਪਾਠਾਂ ਦਾ ਇਹ ਜੱਗ ਕੇਵਲ ਦੁਨੀਆ ਦੇ ਉਧਾਰ ਵਾਸਤੇ ਰਚਿਆ ਹੈ, ਕਿਸੇ ਹੋਰ ਕਾਮਨਾ ਵਾਸਤੇ ਨਹੀਂ। ਇਸ ਪਰ ਉਪਕਾਰ ਦਾ ਕੰਮ ਸੁਣ ਕੇ ਬਾਬਾ ਜੀ ਨੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ, ਪਰ ਆਪਣੇ ਨਿਯਮਾਂ ਦੇ ਬੱਝੇ ਕੁਝ ਮਜਬੂਰੀ ਦੱਸੀ। ਗਿਆਨੀ ਜੀ ਦੀ ਪ੍ਰਬਲ ਇੱਛਾ ਸੀ ਕਿ ਰਿਖੀ ਜੀ ਸਮਾਗਮ ਤੇ ਜ਼ਰੂਰ ਹੀ ਦਰਸ਼ਨ ਦੇਣ। ਕਿਹਾ ਜਾਂਦਾ ਹੈ ਕਿ ਸੰਤ ਸੁੰਦਰ ਸਿੰਘ ਜੀ ਦੀ ਮਜਬੂਰੀ ਦਾ ਇਹ ਸੰਦੇਸ਼ਾ ਸੁਣ ਕੇ ਅਗਲੀ ਸਵੇਰ ਕੀਰਤਨ ਦੇ ਭੋਗ ਪਿੱਛੋਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇਕਰ ਰਿਖੀਨੰਦ ਸਿੰਘ ਜੀ ਆਪ ਦੇ ਨਾਲ ਅਪੇਧ ਹਨ ਤੇ ਆਪ ਨੂੰ ਪ੍ਰਤੱਖ ਭੋਗ ਲਗਵਾਉਂਦੇ ਹਨ ਤਾਂ ਉਹਨਾਂ ਨੂੰ ਇੱਥੇ ਆਉਣ ਦੀ ਪ੍ਰੇਰਨਾ ਕਰੋ। ਸੱਚੇ ਦਿਲ ਨਾਲ ਕੀਤੀ ਹੋਈ ਅਰਦਾਸ ਕਦੇ ਬਿਰਥੀ ਨਾ ਜਾ ਸਕਦੀ ਸੀ। ਸੋ ਇਸ ਤਰ੍ਹਾਂ ਦਾ ਢੋ ਬਣਿਆ ਕਿ ਉਸੇ ਦਿਨ ਪਿਛਲੇ ਪਹਿਰ ਸਰਦਾਰ ਰਤਨ ਸਿੰਘ ਤੇ ਹੋਰ ਪ੍ਰੇਮੀ ਬਾਬਾ ਜੀ ਪਾਸੋਂ ਪਿੰਡਰੀ ਜਾ ਕੇ ਸਮਾਗਮ ਦੇ ਦਰਸ਼ਨ ਕਰਨ ਦੀ ਆਗਿਆ ਲੈਣ ਆਏ, ਜਿਸ ਪਰ ਉਹਨਾਂ ਨੂੰ ਬਾਬਾ ਜੀ ਨੇ ਫਰਮਾਇਆ ਕਿ ਗਿਆਨੀ ਜੀ ਨੇ ਅੱਗੇ ਵੀ 2 ਸੇਵਕ ਭੇਜੇ ਸਨ, ਹੁਣ ਅਰਦਾਸ ਵੀ ਕੀਤੀ ਹੈ,
ਇਤਨੇ ਵੱਡੇ ਇਕੱਠਾਂ ਤੇ ਜਾਣ ਨੂੰ ਸਾਡਾ ਚਿੱਤ ਤਾਂ ਨਹੀਂ ਕਰਦਾ, ਪਰ ਹੁਣ ਦਰਗਾਹੀ ਹੁਕਮ ਅਨੁਸਾਰ ਜਾਣਾ ਹੀ ਪਵੇਗਾ। ਸੋ ਆਪਣੀ ਛੋਟੀ ਜਿਹੀ ਸੰਗਤ ਨਾਲ ਪਿੰਡਰਾਂ ਵੱਲ ਪਿਆਨਾ ਕੀਤਾ। ਸਵਾਰੀ ਰੱਥ ਦੀ ਸੀ ਜੋ ਬਾਬਾ ਜੀ ਬੜੀ ਪ੍ਰਸੰਨ ਕਰਦੇ ਸਨ। ਸੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਗੁਲਾਬ ਸਿੰਘ ਜੀ ਕੋਲੀਏ ਵਾਲੇ ਤੇ ਹੋਰ ਸੰਗਤ ਜੋ ਸਵਾਗਤ ਲਈ ਆਈ, ਉਸ ਨੂੰ ਦੇਖ ਦੂਰੋਂ ਹੀ ਰੱਥ ਤੋਂ ਉੱਤਰ ਬੈਠੇ। ਬੜੇ ਪ੍ਰੇਮ ਪਿਆਰ ਨਾਲ ਦੀਵਾਨ ਸਥਾਨ ਤੇ ਪੁੱਜੇ। ਗਿਆਨੀ ਜੀ ਨੇ ਇਕੱਤਰ ਹੋਈ ਸੰਤ ਮੰਡਲੀ ਵਿੱਚੋਂ ਸ਼੍ਰੋਮਣੀ ਮਹਾਂਪੁਰਖ ਦੇ ਲਈ ਇੱਕ ਵਿਸ਼ੇਸ਼ ਆਸਨ ਲਾਇਆ ਹੋਇਆ ਸੀ, ਜਿਸ ਤੇ ਬਾਬਾ ਜੀ ਨੂੰ ਸੁਸ਼ੋਭਿਤ ਹੋਣ ਵਾਸਤੇ ਬੇਨਤੀ ਕੀਤੀ, ਪਰ ਬਾਬਾ ਜੀ ਨਿਮਰਤਾ ਸਹਿਤ ਇਨਕਾਰ ਹੀ ਕਰਦੇ ਗਏ। ਆਖਰਕਾਰ ਸੰਤ ਗੁਲਾਬ ਸਿੰਘ ਜੀ ਨੂੰ ਬਾਬਾ ਜੀ ਸਮੇਤ ਸਭ ਨੇ ਮਜਬੂਰ ਕਰਕੇ ਆਸਨ ਤੇ ਬਿਠਾਇਆ। ਰੁੱਤ ਭਾਵੇਂ ਗਰਮੀ ਦੀ ਸੀ, ਪਰ ਬਾਬਾ ਜੀ ਨੇ ਕਾਲੀ ਕੰਬਲੀ ਪਹਿਨੀ ਹੋਈ ਸੀ ਤੇ ਕਾਲਾ ਹੀ ਦਸਤਾਰਾ ਸਿਰ ਤੇ ਸੀ। ਦਾੜਾ ਵੀ ਹਾਲੀ ਕਾਲਾ ਹੀ ਸੀ। ਇਸ ਅਵਸਰ ਤੇ ਆਏ ਹੋਏ ਸੰਤਾਂ, ਮਹਾਤਮਾ, ਪੰਡਤਾਂ, ਗਿਆਨੀਆਂ ਵਿਚਕਾਰ ਜੋ ਗਿਆਨ ਚਰਚਾ ਹੋਈ, ਉਸ ਦਾ ਕੋਈ ਤਸੱਲੀ ਬਖਸ਼ ਸਿੱਟਾ ਨਾ ਨਿਕਲਿਆ ਤੇ ਬਾਬਾ ਜੀ ਨੇ ਆਪਣੇ ਮਗਨਾਨੰਦ ਵਿੱਚ ਜੁੜੇ ਬੈਠੇ ਰਹੇ ਤੇ ਸੁਣਦੇ ਰਹੇ। ਫਿਰ ਸੰਤ ਗੁਲਾਬ ਸਿੰਘ ਜੀ ਨੇ ਬੇਨਤੀ ਕਰਨ ਪਰ ਜੋ ਬਚਨ ਕੀਤੇ, ਉਹਨਾਂ ਦਾ ਸਾਰੰਸ਼ ਇਹ ਸੀ ਕਿ ਪ੍ਰਾਪਤੀ ਲਈ ਹਉਮੈ ਦੀ ਨਿਵ੍ਰਿਤੀ ਕਰਨੀ ਜ਼ਰੂਰੀ ਹੈ। ਭਗਤੀ ਉੱਤੇ ਚਾਨਣਾ ਪਾਉਂਦਿਆਂ ਹੋਇਆਂ ਫੁਰਮਾਇਆ ਕਿ ਪ੍ਰੇਮਾ ਭਗਤੀ ਸਰਬੋਤਮ ਹੈ। ਇਸ ਦਿਨ ਦਾ ਸੰਤ ਸਮਾਗਮ ਬੜੇ ਸੋਹਣੇ ਢੰਗ ਨਾਲ ਸਮਾਪਤ ਹੋਇਆ, ਪਰ ਅਗਲੇ ਦਿਨ ਕੁਝ ਫਿੱਕ ਜਿਹੀ ਪੈ ਗਈ, ਜਿਸ ਦੇ ਦੋ ਕਾਰਨ ਬਣ ਗਏ। ਇੱਕ ਤਾਂ ਸੀ ਆਏ ਮਹਾਂਪੁਰਖਾਂ ਤੇ ਹੋਰ ਸੱਜਣਾ ਦੇ ਫੋਟੋ ਖਿੱਚਣ ਦਾ ਕੋਝਾ ਢੰਗ। ਦੂਜਾ ਕਾਰਨ ਜੋ ਬਣਿਆ ਉਹ ਮਾਇਆ ਇਕੱਤਰ ਕਰਨ ਸੰਬੰਧੀ ਸੀ। ਸਰਦਾਰ ਰਤਨ ਸਿੰਘ ਜੀ, ਜੋ ਉਸ ਅਵਸਰ ਤੇ ਆਪ ਮੌਜੂਦ ਸਨ, ਦੇ ਕਥਨ ਅਨੁਸਾਰ ਸੰਤ ਸੁੰਦਰ ਸਿੰਘ ਜੀ ਦੇ ਭਗਤਾ ਸਵਾਮੀ ਕੇਸ਼ਵਾਨੰਦ ਤੇ ਕੁਝ ਹੋਰ ਸੱਜਣਾ ਦਾ ਵਿਚਾਰ ਸੀ ਕਿ ਮਾਇਆ ਲਈ ਅਪੀਲ ਨਾ ਕੀਤੀ ਜਾਏ ਤੇ ਨਾ ਹੀ ਆਈ ਚੜ੍ਹਤ ਨੂੰ ਰੱਖਿਆ ਜਾਏ। ਪਰ ਸਰਦਾਰ ਨੰਦ ਸਿੰਘ, ਇੰਸਪੈਕਟਰ ਪੁਲਿਸ ਮੋਗਾ ਤੇ ਉਹਨਾਂ ਦੇ ਸਾਥੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਾਇਆ ਇਕੱਤਰ ਕੀਤੀ ਜਾਏ ਤੇ ਉਸ ਨਾਲ ਸਕੂਲ ਬਣਾਇਆ ਜਾਏ। ਸੋ ਗਿਆਨੀ ਜੀ ਨੇ ਚਾਦਰ ਵਿਛਾ ਦਿੱਤੀ ਤੇ ਉਤਸ਼ਾਹ ਵਿੱਚ ਆਈ ਸੰਗਤ ਨੇ ਲਕਸ਼ਮੀ ਦਾ ਮੀਂਹ ਵਰਸਾਣਾ ਸ਼ੁਰੂ ਕਰ ਦਿੱਤਾ। ਹੁਲਾਸ ਵਿੱਚ ਆਏ ਗਿਆਨੀ ਸੁੰਦਰ ਸਿੰਘ ਜੀ ਨੇ ਉੱਠ ਕੇ ਇਉਂ ਬਚਨ ਕੀਤਾ ਕਿ ਲక్ష్ਮੀ ਕਿਉਂ ਨਾ ਵਰੇ, ਜਦਕਿ ਦਰਬਾਰ ਵਿੱਚ ਐਸੇ ਬ੍ਰਹਮਵੇਤਾ ਰਿਸ਼ੀ ਬੈਠੇ ਹੋਏ ਹਨ, ਜਿਹੜੇ ਕਿ ਗੁਰੂ ਨਾਨਕ ਦੇਵ ਜੀ ਨੂੰ ਭੋਗ ਲਗਵਾ ਕੇ ਪ੍ਰਸ਼ਾਦ ਛਕਦੇ ਹਨ। ਪਰ ਨਾਲ ਹੀ ਇਹ ਕਹਿ ਦਿੱਤਾ ਕਿ ਇਹ ਗੱਲ ਲੋਕ ਆਖਦੇ ਹਨ, ਮੈਂ ਨਹੀਂ ਦੇਖੀ। ਇਸ ਤਰ੍ਹਾਂ ਮਾਇਆ ਇਕੱਤਰ ਕਰਨ ਦੇ ਵਿਰੁੱਧ ਬਾਬਾ ਜੀ ਤਾਂ ਸ਼ੁਰੂ ਤੋਂ ਹੀ ਸਨ ਤੇ ਇਸੇ ਭਰੋਸੇ ਤੇ ਸਮਾਗਮ ਵਿੱਚ ਸ਼ਾਮਲ ਹੋਏ ਸਨ ਕਿ ਸਮਾਗਮ ਪਿੱਛੇ ਕੋਈ ਆਰਥਕ ਕਾਮਨਾ ਨਹੀਂ ਹੈ। ਪਰ ਜਦ ਗਿਆਨੀ ਜੀ ਦੇ ਉਪਰੋਕਤ ਵਾਕਤ ਨਿਕਲੇ ਕਿ ਬਾਬਾ ਜੀ ਸੁਣ ਕੇ ਬੜੇ ਹੈਰਾਨ ਹੋਏ ਤੇ ਬੀਰ ਰਸ ਵਿੱਚ ਬਚਨ ਕੀਤਾ, ਉਹ ਇਹ ਕਿੱਧਰ ਦੀ ਗੱਲ ਹੋ ਗਈ, ਇਹ ਤਾਂ ਗੁਰਬਾਣੀ ਦੀ ਵੀ ਨਿੰਦਿਆ ਹੈ। ਬਾਣੀ ਤਾਂ ਸਦਾ ਸੱਚੀ ਹੈ, ਪਰ ਇਹਨਾਂ ਨੂੰ ਬਾਣੀ ਤੇ ਵੀ ਭਰੋਸਾ ਨਹੀਂ, ਜਦਕਿ ਬਾਣੀ ਵਿੱਚ ਸਪਸ਼ਟ ਹੈ ਕਿ ਭਾਵਨਾ ਵਾਲਿਆਂ ਦਾ ਭੋਗ ਲੱਗਦਾ ਰਿਹਾ ਹੈ ਤੇ ਲੱਗਦਾ ਹੈ। ਇਤਨਾ ਕਹਿ ਅਫਸੋਸ ਵਿੱਚ ਕਬੀਰ ਸਾਹਿਬ ਦਾ ਇਹ ਸ਼ਲੋਕ ਉਚਾਰਨ ਕੀਤਾ। ਕਬੀਰ ਜੋ ਤੁਹੇ ਸਾਧ ਪਿਰਮ ਕੀ, ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੈਲ ਕੇ ਨਾ, ਖਲ ਪਈ ਨਾ ਤੇਲ। ਇਹ ਬਚਨ ਕਰਦਿਆਂ ਹੀ ਬਾਬਾ ਜੀ ਸੰਗਤ ਵਿੱਚੋਂ ਉੱਠ ਖੜੇ ਹੋਏ ਤੇ ਆਪਣੇ ਡੇਰੇ ਖੜੀ ਵੱਲ ਚੱਲ ਪਏ। ਇਹਨਾਂ ਦੇ ਉੱਠਣ ਦੀ ਦੇਰ ਹੀ ਸੀ ਕਿ ਮਗਰੇ ਬਹੁਤ ਸਾਰੀ ਸੰਗਤ ਉੱਠ ਖੜੀ ਬੈਠਿਆ ਹੋਈ। ਕਿਵੇਂ ਜਿਵੇਂ ਪ੍ਰਸ਼ਾਦ ਵਰਤਾਇਆ ਗਿਆ, ਵਾਪਸੀ ਲਈ ਰੱਥ ਵਿੱਚ ਬੈਠਿਆਂ ਸੰਗਤਾਂ ਦੇ ਇਕੱਠ ਹੋ ਜਾਣ ਕਾਰਨ ਬਚਨ ਕੀਤਾ ਕਿ ਗਿਆਨੀ ਜੀ ਸਾਡੇ ਨਾਲ ਲਹਿਰੇ ਤਪੱਸਿਆ ਕਰਦੇ ਰਹੇ ਹਨ, ਸਾਡੇ ਭਰਾ ਸਨ, ਸਾਡੀ ਸੱਜੀ ਬਾਂਹ ਸਨ। ਇਸ ਕਰਕੇ ਜੇ ਮਾਇਆ ਕਰਦੇ ਨੂੰ ਲੱਤ ਮਾਰ ਦੇਵੇ ਤਾਂ ਮਾਇਆ ਨੇ ਇਹਨਾਂ ਦੇ ਪਿੱਛੇ ਲੱਗਣਾ ਸੀ।
ਇਤ ਆਦਿਕ ਬਚਨ ਕਰਦੇ ਕਰਦੇ ਆਈ ਸੰਗਤ ਨੂੰ ਫਤਿਹ ਬੁਲਾਈ ਤੇ ਰੱਥ ਵਿੱਚ ਚੜ੍ਹ ਕੇ ਆਪਣੇ ਠਾਠ ਤੇ ਨਾਨਕਸਰ ਕਲੇਰੀ ਆ ਗਏ। ਇਸ ਸਮੇਂ ਠਾਠ ਤੇ ਰਹਿੰਦਿਆਂ ਹੋਇਆਂ ਹੋਈ ਇੱਕ ਬਚਿੱਤਰ ਘਟਨਾ ਦਾ ਹਾਲ ਗਿਆਨੀ ਮੇਹਰ ਸਿੰਘ ਕਲੇਰਾਂ ਵਾਲਿਆਂ ਦੀ ਹੱਡਬੀਤੀ ਵਿੱਚ ਹੈ, ਜੋ ਕਿ ਓਨੀ ਦਿਨੀ ਬਾਬਾ ਜੀ ਦੀ ਸੇਵਾ ਵਿੱਚ ਰਹਿੰਦੇ ਸਨ। ਪਿੰਡਰਾਂ ਦੇ ਸਮਾਗਮ ਤੋਂ ਆਣ ਕੇ ਬਾਬਾ ਜੀ ਦਾ ਦੋਦਰ ਪਿੰਡ ਜਾਣ ਦਾ ਪਤਾ ਲੱਗਦਾ ਹੈ ਤੇ ਫਿਰ ਅਕਤੂਬਰ ਦੇ ਮਹੀਨੇ ਬਾਗੇ ਪੁਰਾਣੇ ਕੋਲ ਕਾਲੇਕੇ ਪਿੰਡ ਦੀ ਜੂਹ ਵਿੱਚ ਪਿੰਡ ਤੋਂ ਮੀਲ ਕੁ ਬਾਹਰ ਇੱਕ ਸੂਏ ਵਿੱਚ ਰਹਿਣ ਦਾ। ਇਹਨਾਂ ਦਿਨਾਂ ਵਿੱਚ ਇਨਫਲੂਐਂਜ਼ੇ ਦੀ ਬਿਮਾਰੀ ਪਈ ਹੋਈ ਸੀ ਤੇ ਕੱਤਕ ਦਾ ਸਾਰਾ ਮਹੀਨਾ ਇੱਥੇ ਹੀ ਕੱਟਿਆ। ਇੱਥੇ ਵਾਪਰੀ ਇੱਕ ਅਦਭੁਤ ਘਟਨਾ ਭਾਈ ਨਾਜਰ ਸਿੰਘ ਦੀ ਹੱਡਬੀਤੀ ਵਿੱਚ ਆਉਂਦੀ ਹੈ ਕਿ ਕਿਵੇਂ ਬਾਬਾ ਜੀ ਦੇ ਕਥਨ ਅਨੁਸਾਰ ਇੱਕ ਰਾਤ ਜਮਦੂਤਾਂ ਨੇ ਹਾਜ਼ਰ ਹੋ ਕੇ ਆਪਣੀ ਡਿਊਟੀ ਦੱਸੀ ਕਿ ਕਿਵੇਂ ਉਹ ਹੁਣ ਵਾਪਸ ਜਾ ਰਹੇ ਸਨ ਤੇ ਕਿਵੇਂ ਇਸ ਘਟਨਾ ਪਿੱਛੋਂ ਸਾਰੇ ਰੋਗੀ ਰਾਜੀ ਹੋਣੇ ਸ਼ੁਰੂ ਹੋ ਗਏ। ਸਰਦਾਰ ਅਮਰ ਸਿੰਘ ਮਲ ਦੀ ਹੱਡਬੀਤੀ ਅਨੁਸਾਰ ਕਾਲੇਕੇ ਦੀ ਜੂਹ ਵਿੱਚ ਰਹਿਣ ਸਮੇਂ ਬਾਬਾ ਜੀ ਨੇ ਆਪਣੀ ਰਿਹਾਇਸ਼ ਲਈ ਇੱਕ ਅਨੋਖਾ ਸਥਾਨ ਚੁਣਿਆ। ਇਹ ਸੀ ਇੱਕ ਬੜਾ ਸੰਘਣਾ ਤੇ ਕੋਠੇ ਵਾਂਗ ਵੱਡਾ ਸਾਰਾ ਮੱਲਾ। ਉਸ ਦਾ ਇੱਕ ਪਾਸਾ ਕੱਟ ਕੇ ਦਰਵਾਜ਼ਾ ਬਣਾ ਲਿਆ ਤੇ ਹੇਠੋਂ ਸਾਫ਼ ਕਰਵਾ ਕੇ ਉੱਥੇ ਆਸਨ ਜਮਾ ਦਿੱਤਾ। ਅਗਲੇ 2 ਕੁ ਮਹੀਨਿਆਂ ਵਿੱਚ ਬਾਬਾ ਜੀ ਨੇ ਚੁਣਿਆ ਦੇ ਇਲਾਕੇ ਵਿੱਚ ਫੇਰਾ ਪਾਇਆ ਮਾਲੂਮ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।